ਭਾਰਤ ਵੱਲ ਤੇਜ਼ੀ ਦੇ ਨਾਲ ਵਧ ਰਿਹਾ ਚੱਕਰਵਾਤੀ ਤੂਫਾਨ ਬਿਪਰਜੋਏ। ਕੱਛ ਤੇ ਦਵਾਰਕਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਹੋ ਰਹੀ ਹੈ ਬਰਸਾਤ। ਸ਼ਾਮ ਤੱਕ ਗੁਜਰਾਤ ਦੇ ਨਾਲ ਟਕਰਾ ਸਕਦਾ ਹੈ ਤੂਫਾਨ। ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੇ ਨਿਰਦੇਸ਼। ਐਨਡੀਆਰਐਫ ਦੀਆਂ ਟੀਮਾਂ ਤੈਨਾਤ। ਜਥੇਦਾਰ ਬਦਲੇ ਜਾਣ ਦੀਆਂ ਚਰਚਾਵਾਂ ਦੇ ਵਿਚਾਲੇ ਐਸਜੀਪੀਸੀ ਨੇ ਬੁਲਾਈ ਐਮਰਜੈਂਸੀ ਮੀਟਿੰਗ। ਕੱਲ 11 ਵਜੇ ਅੰਮ੍ਰਿਤਸਰ ਦੇ ਵਿੱਚ ਹੋਵੇਗੀ ਅੰਤਰਿਮ ਕਮੇਟੀ ਦੀ ਅਹਿਮ ਬੈਠਕ। ਵੱਡਾ ਸਵਾਲ ਕਿ ਅਕਾਲ ਤਖਤ ਸਾਹਿਬ ਨੂੰ ਮਿਲਣਗੇ ਨਵੇਂ ਜਥੇਦਾਰ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ। ਕਿ ਪੰਜਾਬ ਦੇ ਵਿੱਚ ਅਣ-ਐਲਾਨੀ ਐਮਰਜੈਂਸੀ ਸਰਕਾਰ ਖਿਲਾਫ ਬੋਲਣ ਤੇ ਵਿਰੋਧੀਆਂ ਨੂੰ ਭੇਜੇ ਜਾ ਰਹੇ ਵਿਜੀਲੈਂਸ ਦੇ ਨੋਟਿਸ। ਬ੍ਰਿਜ ਪੋਰਸ਼ਨ ਦੇ ਖਿਲਾਫ ਨਾਬਾਲਿਗ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਦਾਖਲ। ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਦਾਇਰ ਕੀਤੀ ਰਿਪੋਰਟ। 4 ਜੁਲਾਈ ਨੂੰ ਹੋਵੇਗੀ ਸੁਣਵਾਈ। ਮੈਜਿਸਟ੍ਰੇਟ ਸਾਹਮਣੇ ਛੇੜਛਾੜ ਦੇ ਇਲਜ਼ਾਮ ਨਕਾਰ ਚੁੱਕੇ ਨੇ ਨਾਬਾਲਿਗ ਦੇ ਪਿਤਾ। ਪਾਗਲ ਕਹਿਣ ਤੇ ਸੁਖਬੀਰ ਬਾਦਲ ਤੇ ਭੜਕੇ ਸੀਐਮ ਮਾਨ। ਸੁਖਬੀਰ ਦਾ ਵੀਡੀਓ ਸ਼ੇਅਰ ਕਰ ਬੋਲੇ, ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ, ਮੈਨੂੰ ਪੰਜਾਬ ਦੇ ਲੋਕਾਂ ਦਾ ਸਾਥ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਜੇਪੀ ਨੱਡਾ। ਸਿਸਵਾ ਫਾਰਮ ਹਾਊਸ ਪਹੁੰਚ ਕੇ ਕੀਤੀ ਮੁਲਾਕਾਤ। ਸਾਂਸਦ ਪਰਨੀਤ ਕੌਰ ਵੀ ਰਹੇ ਮੌਜੂਦ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਤੇ ਅੰਮ੍ਰਿਤਪਾਲ ਦੇ ਕਰੀਬੀ ਅਵਤਾਰ ਸਿੰਘ ਖੰਡਾ ਦੀ ਮੌਤ। ਲੰਡਨ ਦੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਤੋੜਿਆ ਦਮ। ਬਲੱਡ ਕੈਂਸਰ ਤੋਂ ਪੀੜਤ ਸਨ ਖੰਡਾ। ਮੋਹਾਲੀ ਦੇ ਵਿੱਚ ਕੋਰਟ ਕੰਪਲੈਕਸ ਦੇ ਗੇਟ ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ। ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ ਧਮਕੀ ਭਰਿਆ ਸੰਦੇਸ਼। ਪੁਲਿਸ ਨੇ ਪੇਂਟ ਕਰ ਮਿਟਾਏ ਨਾਅਰੇ। ਕੈਪਟਨ ਅਮਰਿੰਦਰ ਸਿੰਘ ਨੇ ਦੇ ਕਰੀਬੀ ਭਰਤਿੰਦਰ ਸਿੰਘ ਚਾਹਲ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਪਟਿਆਲਾ ਦੇ ਵਿੱਚ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਹੋ ਰਹੇ ਸਵਾਲ ਜਵਾਬ। 10 ਵਾਰ ਸੰਮਨ ਭੇਜ ਚੁੱਕੀ ਹੈ ਵਿਜੀਲੈਂਸ। ਮਾਛੀਵਾੜਾ ਦੇ ਵਿੱਚ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ। ਨਸ਼ਾ ਵੇਚਣ ਤੋਂ ਰੋਕਣ ਤੇ ਡਾਂਗਾ ਦੇ ਨਾਲ ਕੁੱਟਿਆ। ਵੀਡੀਓ ਵੀ ਆਈ ਸਾਹਮਣੇ। ਮੋਗਾ ਦੇ ਸਿੰਘਾਵਾਲਾ ਪਿੰਡ ਦੇ ਨੇੜੇ ਦਰਦਨਾਕ ਹਾਦਸਾ। ਬਾਈਕ ਤੇ ਕਾਰ ਦੇ ਵਿਚਾਲੇ ਹੋਈ ਆਮੋ ਸਾਹਮਣੇ ਟੱਕਰ। ਇੱਕ ਬੱਚੇ ਦੇ ਸਣੇ 3 ਲੋਕਾਂ ਦੀ ਮੌਤ। ਅੰਮ੍ਰਿਤਸਰ 'ਚ ਭਾਰੀ ਮੀਂਹ ਤੋਂ ਬਾਅਦ ਦੁਰਗਿਆਣਾ ਮੰਦਿਰ 'ਚ ਭਰਿਆ ਪਾਣੀ। ਮੰਦਿਰ ਦੀ ਪਰਿਕਰਮਾ ਦੇ ਸਣੇ ਅੰਦਰ ਤੱਕ ਦਾਖਲ ਹੋਇਆ ਪਾਣੀ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਤਾਂ ਸ਼ੁਰੂਆਤ ਕਰਦੇ ਹਾਂ ਤਬਾਹੀ ਦੇ ਤੂਫਾਨ ਤੋਂ। ਖਤਰਨਾਕ ਰੂਪ ਧਾਰਨ ਕਰ ਰਿਹਾ ਹੈ ਤੂਫਾਨ। ਭਾਰਤ ਦੇ ਵੱਲ ਤੇਜ਼ੀ ਦੇ ਨਾਲ ਤੂਫਾਨ ਵੱਧ ਰਿਹਾ ਹੈ। ਬਿਪਰਜੋਏ ਤੂਫਾਨ ਹੈ। ਅੱਜ ਗੁਜਰਾਤ ਦੇ ਨਾਲ ਟਕਰਾਏਗਾ। ਸ਼ਾਮ ਤੱਕ ਟਕਰਾ ਸਕਦਾ ਹੈ, ਇਹ ਚੇਤਾਵਨੀ ਦੇ ਦਿੱਤੀ ਗਈ ਹੈ। ਚੱਕਰਵਾਤੀ ਤੂਫਾਨ ਗੁਜਰਾਤ ਤੋਂ ਕਰੀਬ 150 ਕਿਲੋਮੀਟਰ ਦੂਰ ਹੈ ਔਰ ਗੁਜਰਾਤ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਸ਼ੁਰੂ ਹੋ ਗਈ ਹੈ। ਤਾਂ ਕਈ ਥਾਈਂ ਤੇਜ਼ ਹਵਾਵਾਂ ਦੇ ਨਾਲ ਦਰਖਤ ਉਖੜ ਗਏ ਨੇ। 74,000 ਤੋਂ ਵੱਧ ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। ਐਨਡੀਆਰਐਫ ਦੀਆਂ 33 ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ। ਆਰਮੀ ਨੂੰ ਵੀ ਸਟੈਂਡ ਬਾਈ ਮੋਡ ਤੇ ਰੱਖਿਆ ਗਿਆ ਹੈ। ਮਹਾਰਾਸ਼ਟਰ ਦੇ ਵਿੱਚ ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੇ ਨਿਰਦੇਸ਼ ਨੇ। ਤਾਂ ਦੱਸ ਦਈਏ ਕਿ ਗੁਜਰਾਤ ਦੇ ਨਾਲ ਮਹਾਰਾਸ਼ਟਰ ਤੇ ਕਰਨਾਟਕ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲ ਸਕਦਾ ਹੈ। ਇਹਨਾਂ ਇਲਾਕਿਆਂ ਦੇ ਵਿੱਚ ਐਨਡੀਆਰਐਫ ਦੀਆਂ 33 ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਕੋਸਟ ਗਾਰਡ, ਆਰਮੀ ਅਤੇ ਨੇਵੀ ਦੀ ਰੈਸਕਿਊ ਅਤੇ ਰਿਲੀਫ ਟੀਮਾਂ ਨੂੰ ਸਟੈਂਡ ਬਾਈ ਤੇ ਰੱਖ ਦਿੱਤਾ ਗਿਆ ਹੈ। ਇਹਨਾਂ ਇਲਾਕਿਆਂ ਦੇ ਵਿੱਚ ਚੱਕਰਵਾਤ ਦੇ ਗੁਜ਼ਰਨ ਤੋਂ ਬਾਅਦ ਆਵਾਜਾਈ ਅਤੇ ਬਿਜਲੀ ਵਿਵਸਥਾ ਬਹਾਲ ਕਰਨ ਦੇ ਲਈ ਕਰੀਬ 600 ਟੀਮਾਂ ਬਣਾਈਆਂ ਗਈਆਂ ਨੇ। ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਇਸ ਤਰੀਕੇ ਦੇ ਤੂਫਾਨ ਹੁੰਦੇ ਨੇ ਤਾਂ ਬਿਜਲੀ ਤੇ ਅਸਰ ਪੈਂਦਾ ਹੈ ਔਰ ਆਵਾਜਾਈ ਤੇ ਅਸਰ ਪੈਂਦਾ ਹੈ। ਗੁਜਰਾਤ ਦੇ 8 ਅਜਿਹੇ ਜ਼ਿਲ੍ਹੇ ਨੇ ਜਿੱਥੇ 75,000 ਲੋਕਾਂ ਨੂੰ ਹੋਰ ਸ਼ਿਵਰ ਦੇ ਵਿੱਚ ਲੈ ਕੇ ਜਾਇਆ ਗਿਆ ਹੈ। ਉੱਥੇ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਸੇਫ ਥਾਂ ਤੇ। ਔਰ ਸਿਰਫ ਕੱਛ ਜ਼ਿਲ੍ਹੇ ਦਾ ਜ਼ਿਕਰ ਕਰੀਏ ਤਾਂ 34,000 ਤੋਂ ਜ਼ਿਆਦਾ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਹੈ। ਇਸ ਤੋਂ ਬਾਅਦ ਜਾਮਨਗਰ ਦੇ ਵਿੱਚ 10,000, ਮੋਰਬੀ ਦੇ ਵਿੱਚ 9243। ਇਸ ਤਰੀਕੇ ਦੇ ਨਾਲ ਵੱਖ-ਵੱਖ ਜ਼ਿਲ੍ਹੇ ਨੇ ਜਿੱਥੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ। ਤਾਂ ਇਹ ਵੀ ਜ਼ਿਕਰਯੋਗ ਹੈ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ 144 ਤਾਰ ਲਾ ਦਿੱਤੀ ਗਈ ਹੈ। ਯਾਨੀ ਕਿ ਕਿਸੇ ਨੂੰ ਵੀ ਇਕੱਠੇ ਹੋਣ ਦੀ, ਕਿੱਥੇ ਆਉਣ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਹੋਏਗੀ। ਪੱਛਮੀ ਰੇਲਵੇ ਨੇ ਚੱਕਰਵਾਤ ਦੇ ਸੰਭਾਵਿਤ ਖੇਤਰਾਂ ਦੇ ਵਿੱਚ 67 ਟ੍ਰੇਨਾਂ ਜਿਹੜੀਆਂ ਨੇ ਉਹ ਵੀ ਰੱਦ ਕਰ ਦਿੱਤੀਆਂ ਨੇ। ਯਾਨੀ ਕਿ ਟ੍ਰੇਨਾਂ ਵੀ ਪ੍ਰਭਾਵਿਤ, ਉਸ ਥਾਂ ਤੇ ਵੀ ਪੂਰਾ ਖਤਰਾ ਹੈ। ਉਸ ਦੇ ਚੱਲਦੇ ਇਹ ਰੂਟ ਜਿਹੜੇ ਨੇ 25 ਰੂਟ ਵੀ ਬਦਲੇ ਗਏ ਨੇ। 60 ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਗੁਆਂਢੀ ਮੁਲਕ ਪਾਕਿਸਤਾਨ ਦਾ ਜ਼ਿਕਰ ਕੀਤਾ ਜਾਵੇ ਤਾਂ ਉੱਥੇ ਵੀ ਚੱਕਰਵਾਤ ਬਿਪਰਜੋਏ ਜੋ ਹੈ ਉੱਥੇ ਅਲਰਟ ਉਸ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਉੱਥੋਂ ਦੇ ਮੌਸਮ ਵਿਭਾਗ ਦੇ ਅਨੁਸਾਰ
ਸਿੰਧ ਦੇ ਕੇਟੀ ਬੰਦਰ ਦੇ ਵਿੱਚ ਚੱਕਰਵਾਤ ਵਿਪਰਜਾਏ ਜੋ ਹੈ ਉਹ ਟਕਰਾਏਗਾ ਤਾਂ ਇਸ ਕਿਸਮ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ। ਗੰਭੀਰ ਸਥਿਤੀ ਹੈ, ਕਾਫੀ ਜ਼ਿਆਦਾ ਖਤਰੇ ਦੀ ਘੰਟੀ ਹੈ। ਜਿਸ ਤਰੀਕੇ ਦੇ ਨਾਲ ਸ਼ਾਮ ਤੱਕ ਇਹ ਵੱਡਾ ਤੂਫਾਨ ਮਹਾ ਤੂਫਾਨ ਟਕਰਾਉਣ ਵਾਲਾ ਹੈ ਤਾਂ ਖਤਰਨਾਕ ਰੂਪ ਧਾਰਨ ਕਰ ਚੁੱਕਿਆ ਅਜੇ ਹੀ, ਕਿਉਂਕਿ ਥੋੜੀ ਦੇਰ ਪਹਿਲਾਂ ਸਾਡੇ ਸਹਿਯੋਗੀ ਲਾਈਵ ਤਸਵੀਰਾਂ ਦਿਖਾ ਰਹੇ ਸੀ। ਭਾਰੀ ਬਰਸਾਤ ਹੋ ਰਹੀ ਹੈ, ਬੇहद ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਲੋਕਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਹੈ। 75,000 ਤੋਂ ਜ਼ਿਆਦਾ ਲੋਕਾਂ ਨੂੰ ਜੇਕਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਸੇਫ ਲਿਜਾਇਆ ਗਿਆ ਹੈ, ਸ਼ਿਫਟ ਕੀਤਾ ਗਿਆ, ਤਾਂ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਸ ਤਰੀਕੇ ਦੀ ਇੱਕ ਕੁਦਰਤੀ ਆਪਦਾ ਹੋ ਸਕਦੀ ਹੈ। ਬਹੁਤ ਵੱਡਾ ਨੁਕਸਾਨ ਇਸ ਨੂੰ ਲੈ ਕੇ ਹੋ ਸਕਦਾ ਹੈ ਔਰ ਕਿਸੇ ਦੀ ਮੌਤ ਨਾ ਹੋਵੇ ਇਸ ਨੂੰ ਲੈ ਕੇ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ। ਪਰ ਜਿਸ ਤਰੀਕੇ ਦਾ ਇਹ ਤੂਫਾਨ ਹੈ, ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਮਿੱਟੀ ਦੇ ਬਣੇ ਹੋਏ ਘਰ ਨੇ ਜਾਂ ਟੀਨਾ ਨੇ ਜਾਂ ਦਰਖਤ ਨੇ, ਜਿਹੜੇ ਹੋਰਡਿੰਗਸ ਹੁੰਦੇ ਨੇ ਔਰ ਬੇहद ਵੱਡੇ ਵੱਡੇ ਪਿੱਲਰ, ਇਹ ਸਭ ਨੂੰ ਉਖਾੜ ਕੇ ਸੁੱਟ ਦੇਵੇਗਾ ਇਹ ਤੂਫਾਨ। ਔਰ ਸੁਭਾਵਿਕ ਤੌਰ ਤੇ ਜੇਕਰ ਨੇੜੇ ਤੇੜੇ ਉੱਥੇ ਲੋਕ ਹੋਣਗੇ ਤਾਂ ਉਹਨਾਂ ਦਾ ਨੁਕਸਾਨ ਬੇहद ਵੱਡਾ ਹੋ ਸਕਦਾ ਹੈ, ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਜੇਕਰ ਸਿਰਫ ਜ਼ਿਕਰ ਕਰੀਏ, ਫਿਰੋਜ਼ਪੁਰ ਦੇ ਵਿੱਚ ਇੱਕ ਬਵੰਡਰ ਆਇਆ ਬੇहद ਤੇਜ਼ ਔਰ ਉੱਥੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਜਿਹੜੇ ਖੇਤ ਨੇ ਔਰ ਬਾਕੀ ਹੋਰ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਸੀ, ਪਰ ਵੱਡੇ ਪੱਧਰ ਤੇ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਤਾਂ ਉਸ ਤੋਂ ਬਾਅਦ ਸਰਕਾਰ ਨੇ ਹਾਲਾਂਕਿ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ। ਤਾਂ ਇਹ ਇੱਕ ਅਸੀਂ ਟ੍ਰੇਲਰ ਕਹਿ ਸਕਦੇ ਹਾਂ। ਔਰ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੀ ਇੰਡੀਕੇਸ਼ਨ ਹੈ, ਜਿਸ ਤਰੀਕੇ ਦੇ ਨਾਲ ਚੇਤਾਵਨੀ ਦਿੱਤੀ ਗਈ ਹੈ, ਤਾਂ ਉਸ ਨੂੰ ਅਸੀਂ ਕਹਿ ਸਕਦੇ ਕਿ ਪੂਰੀ ਪਿਕਚਰ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ। ਪਰ ਸ਼ਾਮ 8 ਵਜੇ ਦੇ ਕਰੀਬ ਰਾਤ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਤੂਫਾਨ ਆਵੇਗਾ, ਆ ਸਕਦਾ ਹੈ ਔਰ ਹੁਣੇ ਤੋਂ ਉਸ ਦੀ ਝਲਕ ਜਿਹੜੀ ਹੈ ਉਹ ਵੇਖਣ ਨੂੰ ਮਿਲ ਗਈ ਹੈ। ਔਰ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਤਾਜ਼ਾ ਤਸਵੀਰਾਂ ਨੇ। ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਇੰਤਜ਼ਾਮ ਕੀਤੇ ਗਏ ਨੇ, ਇਹ ਵੀ ਬੇहद ਅਹਿਮ ਹੈ। ਫਿਲਹਾਲ ਜੱਖੋ ਤੋਂ ਕਰੀਬ 170 ਕਿਲੋਮੀਟਰ ਦੀ ਦੂਰੀ ਤੇ ਔਰ ਦਵਾਰਕਾ ਤੋਂ 210 ਕਿਲੋਮੀਟਰ ਦੀ ਦੂਰੀ ਤੇ ਹੈ ਬਿਪਰਜੋਏ ਸਾਈਕਲੋਨ। ਇਹ ਜਾਣਕਾਰੀ ਹੈ ਔਰ ਜਿਹੜੀਆਂ ਹਵਾਵਾਂ ਨੇ ਉਹ 125 ਕਿਲੋਮੀਟਰ ਤੋਂ 135 ਕਿਲੋਮੀਟਰ ਦੇ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਨੇ। ਤਾਂ ਸਿੱਧੇ ਚੱਲਦੇ ਹਾਂ ਦਮਨ ਤੋਂ ਸਾਡੇ ਸਹਿਯੋਗੀ कृतेश पटेल मौजूद ने लाइव, उन्होंने सीधा रुख करते हैं। कृतेश, क्या कुछ इस समय की तस्वीर है? बड़ा तूफान है, महा तूफान है, खतरे की घंटी है। सबसे पहले ये प्रशासन की तरजीह होगी कि आम लोगों की जान बचाई जा सके। जो नुकसान माली तौर पर होगा वो उसका तो अंदाजा है ही। किस तरह से इंतजामात किए गए हैं, आपकी जुबानी समझना चाहेंगे। बिल्कुल, बिपरजोय जो साइक्लोन गुजरात में आ रहा है काफ़ी तबाही मचाने वाला है। मैं पहले दृश्य दिखाना चाहूँगा। हम लोग पहुँचे हैं दक्षिण गुजरात के सबसे निचले इलाके में, कि जहाँ पे दमन करके इलाका है, वहाँ पे साइक्लोन की असर देखने को मिल रही है। समुंदर 15 फुट ऊपर उछल के रास्ते पे आ रहा है। 40 किलोमीटर प्रति घंटे का जो वो है पवन, तेज पवन चल रहे हैं। जिस तरह से साइक्लोन आज दोपहर से लेकर देर रात तक सौराष्ट्र के पोरबंदर या कच्छ में पहुंचेगा, काफ़ी नुकसान होगा। करीबन सरकार की ओर से, प्रशासन की ओर से काफ़ी इंतजाम किए गए। 1 लाख लोगों को रेस्क्यू करके अलग अलग जगह पे रखा गया है। उनको खाने पीने की व्यवस्था की गई है और ख़ास करके नुकसान होने के बाद किस तरह से लोगों को फिर पुनर्वसन किया जाए, उस तरह का माहौल देखने को मिल रहा है। जिस तरह का माहौल देख रहे हैं, फिर एक बार मैं समुंदर दिखाना चाहूँगा, किस तरह से समुंदर 15 फुट ऊपर अपने मोजे उछाल रहे हैं और जिस तरह से दमन का समुंदर पागल हुआ है, लगातार रास्ते पे पानी आ रहा है। गुजरात प्रशासन की ओर के हर जगह पे एनडीआरएफ की टीम तैनात की गई है, बचाव शिविर शुरू की गए और लगातार सरकार जो साइक्लोन है, बिपरजोय साइक्लोन है, उसके ऊपर नज़र बनाए रखे हुए है। एनडीआरएफ, रेस्क्यू टीम और कोस्ट गार्ड की मदद ली गई है। जहाँ पे बचाव की जरूरत पड़ेगी वहाँ पे टीमों को भेज दिया जाएगा। 1 लाख लोगों को रेस्क्यू करके अलग अलग ठिकानों पे रखा गया है। उसकी खाने पीने की व्यवस्था की गई है और खास करके ये साइक्लोन है और दोपहर से लेके रात तक गुजरात को परसेगा और काफ़ी नुकसान होने की भीति है, जिसके चलते प्रशासन पिछले 3 दिनों से लगातार काम कर रही है। खास करके दमन की बात की जाए तो यहाँ पे जो कॉरिडोर बनाया गया है, यहाँ पे पब्लिक को आना मना किया गया है, क्योंकि समुंदर बिल्कुल पागल हो चुका है। 15 फीट ऊपर पानी के मोजे जो उछल के रास्ते पे आ रहे हैं और करीबन 40 किलोमीटर प्रति घंटे से पवन लगातार बाहर आ रहा है। लोगों को नुकसान हो, ऐसी भीति के चलते लोगों को अपने
घर में रहने की सूचना प्रशासन की ओर से दी गई है। बिल्कुल, कच्छ की बात की जाए तो वहां तो तेज बरसात हो रही है। कृतेश, क्या बरसात भी यहां पर हो रही है? क्योंकि द्वारका और कच्छ सबसे ज्यादा प्रभावित होगा, इस तरह का प्रशासन ने जो है वो अलर्ट दिया हुआ है। इसके अलावा और क्या कुछ आपकी जुबानी स्थिति को हम समझना चाहेंगे, क्योंकि बेहद बड़ा खतरा है। जब लोगों को पता है कि इस तरह से तूफान आएगा, कुदरती आफत आएगी, तो क्या लोग अपने घरों से सारा सामान लेकर निकल चुके हैं? क्योंकि वहां पर दोबारा रहना मुश्किल हो जाएगा अगर वहां पर प्रभाव पड़ेगा साइक्लोन का। बिल्कुल, साइक्लोन के चलते गुजरात सरकार ने जो पोरबंदर है, अमरेली है, कच्छ है, जो इलाके वहाँ पे लोगों को वहाँ से उसको रेस्क्यू किया गया है। करीबन 1 लाख परिवार है जिनको अलग अलग जगह पे रखा गया है। उनकी खाने पीने की व्यवस्था सरकार ने की गई है, क्योंकि साइक्लोन जब टकराएगा काफ़ी भारी नुकसान होने की आशंका है। हालांकि जो इलाकों में साइक्लोन बिपरजॉय साइक्लोन पहुँचने वाला है वहाँ पे भारी पवन के साथ तेज बारिश हो रही है। हालांकि दक्षिण गुजरात में अभी बारिश नहीं हो रही है, लेकिन लगातार तेज पवन चल रहे हैं और खास करके समुद्र पागल हुआ है, वो नज़ारा देखने को मिल रहा है। खास करके सौराष्ट्र की बात की जाए तो सौराष्ट्र के लोगों को रेस्क्यू करके अलग अलग जगह पे रखा गया है और उनके लिए सरकार सभी ओर से निगरानी देख रही है। मेरे पीछे आप देख रहे हैं समुद्र किस तरह से पागल हुआ है, क्योंकि साइक्लोन जाने वाला है सौराष्ट्र करीबन दक्षिण गुजरात से 250, 300, 400 किलोमीटर दूर है, मगर उसकी असर यहाँ देखने को मिल रही है। इससे अंदाजा आ जाता है कि साइक्लोन गुजरात को कितना भारी नुकसान करने वाला है। नुकसान कम से कम हुए, लोगों की जान नहीं जाए, इसके लिए सरकार ने पहले से ही इंतजाम किए हुए। एनडीआरएफ की टीम है, एसडीआरएफ की टीम है, कोस्ट गार्ड की टीमों को तैनात किया गया है और खास करके लोगों को आश्रय अलग अलग जगह पे दिया गया है। उनके खाने पीने की व्यवस्था की गई है। साइक्लोन आने के बाद किस तरह का माहौल है, चाहे बिजली गुल हो जाए, चाहे कुछ भी हो जाए, उसके लिए प्रशासन से सभी ओर से तैयारी कर चुकी है, क्योंकि आने वाले 24 घंटे गुजरात के लिए सबसे डेंजर माने जा रहे हैं। और साइक्लोन खत्म होने के बाद किस तरह से लोगों का पुनर्वासन किया जाए, उसके लिए गुजरात सरकार और खास करके केंद्र सरकार, देश के बड़ा प्रधान नरेंद्र मोदी काफ़ी चिंता में है और लगातार गुजरात पे नज़र बनाए हैं, देश के मुख्यमंत्री के साथ देश के बड़ा प्रधान। बिल्कुल कृतेश, बहुत ही जरूरत है हर एक को अपना ध्यान रखने की। इस समय बहुत बहुत शुक्रिया, आप यहां से रिपोर्ट कर रहे थे, हमें तस्वीरें दिखाई, हमने लाइव दिखाया है दर्शकों को किस तरीके से तूफान या अभी समुद्र की बात की जाए तो बहाव कैसा है और कई फुट ऊंचा अगर कह सकते हैं तो लहरें हमें नजर आई हैं। बहुत बहुत शुक्रिया कृतेश तमाम जानकारी के लिए। तबाही वाला मंजर जिहड़ा है वो वेखण नूं मिल सकता है, पर उस पहला ही अलर्ट दे चलते प्रशासन ने सारे इंतजाम किए हुए ने। कहते हैं कि जब प्रकृति अपना खेल दिखाती है तो किसी की नहीं चलती है। ये बात एक बार फिर से सच साबित होती हुई नजर आ रही है, क्योंकि मैंने तो आज तक अपने रिपोर्टिंग के करियर में ऐसा अनुभव नहीं किया है। खड़े होना मुश्किल है, बोलना मुश्किल है, ये लहरें, ये समुद्र है। हम भी सेफ्टी का ध्यान रखते हुए ग्राउंड जीरो पर मौजूद है, इसलिए हमने पर्याप्त दूरी बनाई हुई है। मेरे सहयोगी विकास ठाकुर आप तक तस्वीरें पहुंचा रहे हैं और ये वाकई डराने वाला अनुभव है जिस तरीके से तूफान बिपरजॉय आगे बढ़ रहा है, क्योंकि दूरी अब इसकी 150 किलोमीटर से भी कम की रह गई है। उतनी ही तेजी से यहाँ पर अब खतरा बना हुआ है। हालांकि जो तमाम एजेंसीज हैं वो डिप्लॉय की गई है, क्योंकि इतिहास में अभी तक जितने भी चक्रवात आए हैं उसके बाद हमने देखा है कि वहाँ पर पेड़ों को नुकसान होता है, फसल को नुकसान होता है, जो कच्चे घर हैं वो गिर जाते हैं, छतें उड़ जाती हैं। इसके अलावा लोगों के घरों में पानी भर जाता है, बिजली के खंभे गिर जाते हैं, टेलीफोन टावर्स को नुकसान पहुंचता है। तो ऐसा तमाम जो इतिहास में अनुभव से देखते हुए और अभी जो है टेक्नोलॉजी वो काफी ज्यादा आगे है, सैटेलाइट के जरिए तस्वीरें सामने आ जाती है, कितनी दूरी पर चक्रवात है वो हम देख लेते हैं, वो भाप लिया जाता है। तो ऐसे में यहाँ पर तैयारी पूरी की गई है, चाहे हम राज्य सरकार की बात करें या केंद्र सरकार की बात करें। पीएम मोदी भी पूरी स्थिति पर नजर बनाए हुए हैं और ये तस्वीरें आप देख सकते हैं, ये किस तरीके से जो लहरें हैं इनकी ऊंचाई काफी ज्यादा है। ये मंदिर के प्रांगण तक पहुंचते हुए, ये इधर गायत्री शक्तिपीठ है, ये जो पूरा इलाका है, क्योंकि ये मंदिरों की नगरी है, यहाँ पर द्वारकाधीश मंदिर तो है ही और मेरे तमाम सहयोगी इस वक्त ग्राउंड जीरो पर मौजूद है। देखिए मांडवी पोर्ट पर हमारी मौजूदगी है और हम आपको तस्वीरें सिर्फ ये दिखा रहे हैं कि अब जो समंदर है वो किस तरह से अपना रूप बदल रहा है। और देखिए
ये लहरें ज़रा देखिए किस तरह से ऊंची ऊंची लहरें आपको दिखाई देंगी जब ये पोर्ट से लहरें टकरा रही हैं। और देखिए यहाँ अब इसका जो स्तर है वो भी हमें बढ़ता हुआ नज़र आ रहा है। ये आप तस्वीर देखिए, यहाँ पर लगातार यहाँ जो हवाएं हैं वो बहुत तेज़ चल रही हैं। आज ही हिट करना है साइक्लोन को, और उससे पहले की स्थिति आप ज़रा यहाँ देख लीजिए। मैं आपको ज़रा ये तस्वीर दिखाना चाहूँगा, पंकज गोसाई मेरे वीडियो जर्नलिस्ट आपको दिखाएंगे। इनकी ज़रा हाइट देखिएगा। अभी ये जो ये लहरें जब पोर्ट से टकराएंगी, देखिए किस तरह की स्थिति यहाँ पर बनती जा रही है। और मैं अगर अपने बाईं तरफ दिखाऊँ तो यहाँ पर देखिए समुद्र की लहरें, ये देखिए किस तरह से इसका स्तर यहाँ पर हमें बढ़ा हुआ नज़र आ रहा है। ये आप देखेंगे तस्वीरों में, जहां हम खड़े हैं यहाँ तक ये पानी पहुंच रहा है। अब से थोड़ी देर बाद हमें ये जगह खुद छोड़नी पड़ेगी क्योंकि यहाँ खड़ा होना बहुत ज़्यादा रिस्की है। आप ज़रा तस्वीर देख लीजिए। तो ये मांडवी पोर्ट की तस्वीरें हैं। अब से थोड़ी देर पहले यहाँ पर जो कुछ पुलिस अफसर थे अपने अमले के साथ यहाँ पर आए थे सिक्योरिटी अरेंजमेंट्स देखने के लिए कि कोई अन्य लोग तो यहाँ पर मौजूद नहीं है। और हम लगातार ये पूरा इलाका आपको दिखा रहे हैं पोर्ट के आसपास का किस तरह की स्थिति यहाँ पर बनी हुई है। दरअसल ये तस्वीर इसलिए देखनी ज़रूरी है कि जिससे पता चल सके कि पानी की स्थिति क्या है। में बिपरजॉय साइक्लोन का कहर देखने को मिल रहा है, तो वहीं दूसरी तरफ मुंबई में भी हाई टाइड का माहौल बन चुका है। हम आपको तस्वीर दिखाते हैं मुंबई के गेटवे ऑफ इंडिया का। आप देखें तो समुद्रों में लहरें जो है 4.1 मीटर ऊंची उठ रही है। यानी हाई टाइड का जो समय है बीएमसी की तरफ से ये तय किया गया था, समय 10:31 का तय किया गया था सवेरे, कि लहरें जो है तकरीबन 4.1 मीटर ऊपर उठेंगे। और यही वजह है कि आप देखें कि गेटवे ऑफ इंडिया में जो समुद्र की लहरें हैं वो इतनी ऊपर उठ रही हैं कि लहरों का पानी जो है अब जो है बाहर आ रहा है। और यही वजह है कि लोगों को समुद्र के किनारे से दूर रहने की हिदायत मनपा की तरफ से दी गई थी। कुल मिलाकर के देखा जाए इस तरह का नज़ारा अभी मुंबई में देखने को मिल रहा है। जिस तरह से साइक्लोन का कहर पूरे गुजरात में देखने को मिला, उसको देखते हुए पूरे गुजरात के कई पार्ट ऐसे हैं जहां पर हाई अलर्ट जारी कर दिया गया था। और आपको बताएं तो मुंबई में भी आप देखें तो हाई टाइड का माहौल पूरी तरह से बन चुका है। लहरें जो है अब समुद्र में ऊपर उठ रहे हैं और यही वजह है कि जो पानी है समुद्र का वो बाहर आ रहा है। और मनपा की तरफ से हिदायत दी गई थी कि जितने भी बीचेस हैं, चाहे गेटवे ऑफ इंडिया हो, मरीन ड्राइव हो, जुहू बीच हो, वहां से लोग दूर रहें ताकि जब लहरें ऊपर उठे तो लोग सुरक्षित रहें, उनके ऊपर जो है पानी ना जाए। और यही वजह है कि आपने देखा किस तरह से लहरें ऊपर उठ रही हैं। और हाई टाइड का वक्त मुंबई में बन चुका है। लोगों से हिदायत है कि जब हाई टाइड का समय हो तो लोग अपने घरों से बाहर ना निकले, बीचेस की तरफ ना जाए, ऐसी हिदायत जो है प्रशासन की तरफ से दी गई है। कैमरामैन अविनाश लोंडे के साथ प्रशांत पांडे, न्यूज़ 18 मुंबई। हेडलाइंस के प्रायोजक कनेडा ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ। ਰਜਿਸਟਰ ਵਿਦ ਦ ਯੈਲੋ ਲੀਵ, ਨੋ ਏਜ ਲਿਮਿਟ। इस न्यूज हेडलाइंस के प्रायोजक कनेडा ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ। ਰਜਿਸਟਰ ਵਿਦ ਦ ਯੈਲੋ ਲੀਵ, ਨੋ ਏਜ ਲਿਮਿਟ। ਤਾਂ ਹੋਰ ਖਬਰਾਂ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ punjab.news18.com ਤੇ ਲੌਗਇਨ ਕਰੋ। ਔਰ ਇੱਕ ਵੱਡੀ ਖਬਰ ਦੇ ਵੱਲ ਰੁਖ ਕਰਦੇ ਹਾਂ। ਲੁਧਿਆਣਾ ਲੁੱਟਕਾਂਡ ਦੇ ਨਾਲ ਜੁੜੀ ਵੱਡੀ ਖਬਰ ਹੈ। ਲੁਧਿਆਣਾ ਪੁਲਿਸ ਨੇ 75 ਲੱਖ ਰੁਪਏ ਹੋਰ ਬਰਾਮਦ ਕੀਤੇ ਨੇ। ਮੁਲਜ਼ਮ ਨਰਿੰਦਰ ਦੀ ਨਿਸ਼ਾਨਦੇਹੀ ਤੇ 75 ਲੱਖ ਦੀ ਬਰਾਮਦਗੀ ਹੋਈ ਹੈ। ਪੁਲਿਸ ਨੇ ਕੱਲ ਨਰਿੰਦਰ ਨੂੰ ਗ੍ਰਿਫਤਾਰ ਕੀਤਾ ਸੀ ਔਰ ਹੁਣ ਤੱਕ 5 ਕਰੋੜ 75 ਲੱਖ ਰੁਪਏ ਰਿਕਵਰ ਕਰ ਲਏ ਗਏ ਨੇ ਔਰ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ। ਤਾਂ ਦੱਸ ਦਈਏ ਕਿ ਅਜੇ ਬਾਕੀ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ, ਪਰ ਹੁਣ ਵੱਡੀ ਬਰਾਮਦਗੀ ਹੋਈ ਹੈ। ਹੋਰ 75 ਲੱਖ ਰੁਪਏ ਬਰਾਮਦ ਕੀਤੇ ਗਏ ਨੇ। ਦੱਸ ਦਈਏ ਕਿ 8 ਕਰੋੜ 49 ਲੱਖ ਰੁਪਏ ਦੀ ਲੁੱਟ ਜਿਹੜੀ ਹੈ ਉਹ ਹੋਈ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਅਮਾਉਂਟ ਜੋ ਹੈ ਉਹ ਸਹੀ ਹੈ ਜਾਂ ਗਲਤ ਹੈ, ਇਸ ਨੂੰ ਲੈ ਕੇ ਵੀ ਖੁਲਾਸਾ ਹੋਏਗਾ ਔਰ ਨਾਲੇ ਦਿਨਾਂ ਦੇ ਵਿੱਚ ਕਿਉਂਕਿ ਜਾਂਚ ਚੱਲ ਰਹੀ ਹੈ। ਪਰ ਫਿਲਹਾਲ ਵੱਡੀ ਖਬਰ ਹੈ ਕਿ 75 ਲੱਖ ਰੁਪਏ ਹੋਰ बरामद किए गए ने। मनोज राठी मेरे सहयोगी फोन लाइन ते ने। मनोज की कुछ पूरी जानकारी है?
ਜੀ ਦੇਖੋ ਗੁਰਜੋਤ, ਬਿਲਕੁਲ ਇਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਜਿਹੜਾ ਹੈ ਕੱਲ ਕਮਿਸ਼ਨਰ ਆਫ ਪੁਲਿਸ ਨੇ ਕੀਤਾ ਸੀਗਾ ਤੇ ਨਿਊਜ਼ 18 ਤੇ ਐਕਸਕਲੂਸਿਵ ਉਹਨਾਂ ਨੇ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਕਿਸ ਤਰ੍ਹਾਂ ਰੈਕੀ ਕੀਤੀ ਗਈ ਤੇ ਇੱਕ ਵੱਡੀ ਹੋਰ ਵੀ ਸਫਲਤਾ ਪੁਲਿਸ ਨੂੰ ਇਹਦੇ ਵਿੱਚ ਹਾਸਿਲ ਹੋਈ ਹੈ, ਜਿਹਦੇ ਵਿੱਚ 75 ਲੱਖ ਹੋਰ ਰਿਕਵਰੀ ਜਿਹੜੀ ਹੈ ਉਹ ਕੀਤੀ ਗਈ ਹੈ। ਔਰ ਨਰਿੰਦਰ ਜਿਹੜਾ ਫੜਿਆ ਗਿਆ ਸੀਗਾ, ਕੱਲ ਉਹੀ ਗੱਲ ਹੋ ਰਹੀ ਸੀ, ਪ੍ਰੈਸ ਕਾਨਫਰੰਸ ਜਦ ਚੱਲ ਰਹੀ ਸੀ ਤੇ ਉਸੇ ਟਾਈਮ ਇਹ ਖਬਰ ਮਿਲਦੀ ਹੈ ਕਿ ਨਰਿੰਦਰ ਸਿੰਘ ਨੂੰ ਵੀ ਫੜ ਲਿਆ। ਹੁਣ ਨਰਿੰਦਰ ਸਿੰਘ ਤੋਂ 25 ਲੱਖ ਦੀ ਰਿਕਵਰੀ ਹੋਈ ਹੈ, ਜਿਹੜਾ ਕੱਲ ਫੜਿਆ ਗਿਆ 6ਵਾਂ ਐਕਿਊਜ਼। ਤੇ ਉਸ ਤੋਂ ਇਲਾਵਾ ਜਿਹੜਾ ਮਾਸਟਰਮਾਈਂਡ ਹੈਗਾ ਮਨਜਿੰਦਰ ਸਿੰਘ ਉਫ ਮਨੀ, ਜਿਹਨੇ ਇਸ ਪੂਰੇ ਗੇਮ ਨੂੰ ਖੇਲਿਆ, ਜਿਹੜਾ ਇੱਥੇ ਪਹਿਲਾਂ ਇੱਥੇ ਕੰਮ ਕਰਕੇ ਜਾ ਚੁੱਕਿਆ, ਉਹਦੇ ਤੋਂ 50 ਲੱਖ ਦੀ ਹੋਰ ਰਿਕਵਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਗਈ ਹੈ। ਯਾਨੀ ਕਿ ਟੋਟਲ 75 ਹੈ ਉਹ ਹੋ ਚੁੱਕੀ ਹੈ। ਯਾਨੀ ਕਿ ਹੁਣ ਤੱਕ 5 ਕਰੋੜ 75 ਲੱਖ ਜਿਹੜਾ ਹੈ ਉਹ ਪੁਲਿਸ ਨੇ ਰਿਕਵਰ ਕਰ ਲਿਆ। ਲੇਕਿਨ ਦੂਜੇ ਪਾਸੇ ਜਿਹੜੀ ਡਾਕੂ ਹਸੀਨਾ ਹੈ ਮਨਦੀਪ ਕੌਰ, ਉਹ ਹਜੇ ਫਰਾਰ ਹੈ। ਉਹਦਾ ਜਿਹੜਾ ਹਸਬੰਡ ਹੈਗਾ ਜੱਸਾ, ਉਹ ਵੀ ਫਰਾਰ ਦੱਸਿਆ ਜਾ ਰਿਹਾ ਹੈ। ਲੇਕਿਨ ਇਹ ਜਿਹੜਾ ਨਰਿੰਦਰ ਹੈਗਾ, ਇਹਨੇ ਕਈ ਖੁਲਾਸੇ ਕੀਤੇ ਹੈ, ਕਈ ਚੀਜ਼ਾਂ ਦਾ ਖੁਲਾਸਾ ਕੀਤਾ ਹੈ। ਡਾਕੂ ਹਸੀਨਾ ਬਾਰੇ ਵੀ ਕਈ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਕਿਹਦੇ ਕਹਿਣ ਤੇ ਹੋਈ, ਕਿਹਨੇ ਪਲਾਨ ਬਣਾਇਆ, ਕਿਸ ਤਰ੍ਹਾਂ ਦੀ ਚੀਜ਼ਾਂ ਹੋਈ। ਉਸ ਤੋਂ ਇਲਾਵਾ ਮਨੀ ਤੋਂ ਜਿਹੜੇ 50 ਲੱਖ ਰਿਕਵਰ ਹੋਏ ਹੈ, ਜਿਹੜਾ ਮਨਜਿੰਦਰ ਹੈਗਾ, ਉਹਨੇ ਵੀ ਪੁਲਿਸ ਨੇ ਜਦ ਪੁੱਛਗਿੱਛ ਕੀਤੀ ਤਾਂ ਪਹਿਲਾਂ ਟਾਲ ਮਟੋਲ ਕਰਦਾ ਰਿਹਾ ਕਿ ਮੇਰੇ ਕੋਲ ਸਿਰਫ ਜ਼ਿਆਦਾ ਨਹੀਂ ਹੈਗੇ, ਸਾਰਾ ਮਨਦੀਪ ਕੌਰ ਨੇ। ਲੇਕਿਨ ਜਦ ਸਖਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ 50 ਲੱਖ ਦੀ ਹੋਰ ਰਿਕਵਰੀ ਜਿਹੜੀ ਹੈ ਉਹ ਪੁਲਿਸ ਤੋਂ ਕਰਵਾਈ ਗਈ ਹੈ। ਪੁਲਿਸ ਨੇ 50 ਲੱਖ ਦੀ ਜਿਹੜੀ ਰਿਕਵਰੀ ਹੈ ਉਹ ਹੋ ਚੁੱਕੀ ਹੈ। ਯਾਨੀ ਕਿ ਕਹਿ ਸਕਦੇ ਹਾਂ ਕਿ ਹੁਣ ਧੀਰੇ ਧੀਰੇ ਜਿਹੜਾ ਵੀ ਕੈਸ਼ ਲੁੱਟ ਕੇ ਲੈ ਗਏ ਸੀਗੇ ਜਿਹੜੇ ਕਰੋੜਪਤੀ ਲੁਟੇਰੇ ਹੈ, ਉਹ ਹੁਣ ਧੀਰੇ ਧੀਰੇ ਜਿਹੜੀ ਹੈ ਆਪਣੀ ਜ਼ੁਬਾਨ ਖੋਲਦੇ ਨਜ਼ਰ ਆ ਰਹੇ ਨੇ ਤੇ ਵੱਡੇ ਖੁਲਾਸੇ ਜਿਹੜੇ ਆ ਉਹ ਇਹਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ। ਗੁਰਜੋਤ ठीक है मनोज, धन्यवाद है तमाम जानकारी लिए, शुक्रिया। ता होर बरामदगी हुई है, 75 लाख रुपए होर बरामद कर ले गए ने और लगातार भाल जारी है 4 होर मुलजमां दी।